ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਪੰਜਾਬੀ ਪੈਡਾਗੋਜੀ ਦੇ ਕੁਝ ਕੁਐਸਚਨ ਕਰਨ ਜਾ ਰਹੇ ਹਾਂ ਜੋ ਕਿ ਪੰਜਾਬੀ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਮਹੱਤਵਪੂਰਨ ਕੁਐਸਚਨ ਹਨ। ਤਾਂ ਅੱਜ ਜ਼ਿਆਦਾ ਗੱਲ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ, ਨੰਬਰਿੰਗ 'ਤੇ ਨਾ ਜਾਈਓ, ਇਹ ਮੈਂ ਕਿਤੋਂ ਕੁਐਸਚਨ ਲਏ ਸੀ, ਤਾਂ ਇਸ ਨੰਬਰਿੰਗ 'ਚ ਅਗਰ ਕੁਛ ਗੜਬੜ ਸੀਕੁਐਂਸ 'ਚ ਕੁਛ ਗੜਬੜੀ ਹੋਵੇ ਤਾਂ ਜ਼ਿਆਦਾ ਹੋਰ ਫੀਲ ਨਾ ਕਰਿਓ। ਚਲੋ ਜ਼ਿਆਦਾ ਗੱਲ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ, ਭਾਸ਼ਾ ਨੂੰ ਸੰਦ ਦੇ ਤੌਰ 'ਤੇ ਵਰਤਣ ਦਾ ਅਰਥ ਹੈ ਪ੍ਰਭਾਵ ਪਾਉਣ ਲਈ ਜ਼ਬਾਨੀ ਰੂਪ ਦਾ ਪ੍ਰਯੋਗ, ਪ੍ਰਭਾਵ ਪਾਉਣ ਲਈ ਭਾਸ਼ਾ ਦੇ ਲਿਖਤ ਰੂਪ ਦਾ ਪ੍ਰਯੋਗ, ਭਾਸ਼ਾ ਨੂੰ ਜੀਵਨ ਦੀਆਂ ਵੱਖਰੀਆਂ ਸਥਿਤੀਆਂ ਵਿੱਚ ਵਰਤਣਾ, ਭਾਸ਼ਾ ਨੂੰ ਸਕੂਲ ਦੇ ਵਿਸ਼ੇ ਸਮਝਣ ਲਈ ਵਰਤਣਾ। ਇਹਦਾ ਆਨਸਰ ਕੀ ਹੋਣਾ ਚਾਹੀਦਾ ਤੁਸੀਂ ਕਮੈਂਟ ਬਾਕਸ 'ਚ ਵੀ ਦੱਸ ਸਕਦੇ ਹੋ। ਇਹਦਾ ਆਨਸਰ ਹੈਗਾ ਪਹਿਲਾ। ਇਹਦਾ ਆਨਸਰ ਹੈ ਪਹਿਲਾ, ਪ੍ਰਭਾਵ ਪਾਉਣ ਲਈ ਜ਼ੁਬਾਨੀ ਰੂਪ ਦਾ ਪ੍ਰਯੋਗ। ਚਲੋ ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 2। ਸਿੱਖਿਆਰਥੀਆਂ ਦੀਆਂ ਗਲਤੀਆਂ ਨੂੰ ਲੈ ਕੇ ਅਧਿਆਪਕ ਦੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ? ਉਹਨਾਂ ਨੂੰ ਨਿੱਜੀ ਤੌਰ 'ਤੇ ਵਿਵਰਣ ਦੇਣਾ, ਸਹੀ ਰੂਪ ਬਾਰੇ ਦੱਸਣਾ, ਸਧਾਰਨ ਰੂਪ ਵਿੱਚ ਹੀ ਗਲਤੀ ਠੀਕ ਕਰਨਾ, ਵਿਦਿਆਰਥੀਆਂ ਦਾ ਨਾਂ ਲਏ ਬਿਨਾਂ ਹੀ ਜਮਾਤ ਵਿੱਚ ਵਿਚਾਰ ਵਟਾਂਦਰਾ ਕਰਨਾ। ਤੁਹਾਡੇ ਮੁਤਾਬਿਕ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਸਧਾਰਨ ਰੂਪ ਵਿੱਚ ਹੀ ਗਲਤੀ ਠੀਕ ਕਰਨਾ। ਇੱਕ ਅਧਿਆਪਕ ਦਾ ਫਰਜ਼ ਹੁੰਦਾ ਹੈ ਕਿ ਹਰ ਬੱਚੇ ਨਾਲ ਉਹਦੀ ਜਿਹੜੀ ਗਲਤੀ ਹੁੰਦੀ ਹੈ ਉਹ ਸਧਾਰਨ ਰੂਪ 'ਚ ਹੀ ਕਰਨੀਆਂ ਚਾਹੀਦੀਆਂ ਹਨ। ਅੱਗੇ ਆਪਾਂ ਪੜ੍ਹਦੇ ਹਾਂ ਕੁਐਸਚਨ ਨੰਬਰ 19। ਭਾਸ਼ਾ ਇੱਕ ਉਪਕਰਨ ਹੈ, ਇੱਕ ਸਾਧਨ ਹੈ, ਆਨੰਦ, ਪ੍ਰਸ਼ੰਸਾ ਤੇ ਗਿਆਨ ਦਾ ਇੱਕ ਨਿਰਦੇਸ਼ ਹੈ, ਰੁਚੀਆਂ ਤੇ ਭਾਵਨਾਵਾਂ ਦਾ। ਇਹ ਕਿਸ ਵਿਦਵਾਨ ਦਾ ਕਥਨ ਹੈ? ਮਹਾਤਮਾ ਗਾਂਧੀ ਦਾ, ਜਵਾਹਰ ਲਾਲ ਨਹਿਰੂ ਦਾ, ਰੂਸੋ ਦਾ ਜਾਂ ਰਾਇਬਰਨ ਦਾ? ਇਹ ਕਿਹਦਾ ਕਥਨ ਹੈ? ਇਹ ਰਾਇਬਰਨ ਦਾ ਕਥਨ ਹੈ। ਇਹਦਾ ਆਪਸ਼ਨ ਨੰਬਰ 4 ਇਹਦਾ ਆਨਸਰ ਹੈ। ਅੱਗੇ ਆ ਗਿਆ ਕੁਐਸਚਨ ਨੰਬਰ 4। ਭਾਸ਼ਾ ਦੀ ਜਮਾਤ ਵਿੱਚ ਸਾਹਿਤ ਸਾਡੇ ਵਿਦਿਆਰਥੀਆਂ ਨੂੰ ਕੀ ਕਰਦੀ ਹੈ? ਸੱਭਿਆਚਾਰ ਪ੍ਰਸਾਰ ਮੁਹੱਈਆ ਨਹੀਂ ਕਰਦਾ। ਭਾਸ਼ਾ ਇੱਕ ਵਿਆਪਕ ਪ੍ਰਮਾਣਿਕ ਵਿਭਿੰਨਤਾ ਨਹੀਂ ਪ੍ਰਗਟਾਉਂਦਾ। ਪੰਜਾਬੀ ਭਾਸ਼ਾ ਦੀ ਪੁਰਾਣੀ ਸ਼ੈਲੀ ਦਿੰਦਾ ਹੈ। ਮੁਸ਼ਕਿਲ ਸ਼ਬਦਾਵਲੀ ਮੁਹੱਈਆ ਕਰਾਉਂਦਾ ਹੈ। ਤੁਹਾਡੇ ਮੁਤਾਬਿਕ 20 ਨੰਬਰ ਕੁਐਸਚਨ ਦਾ ਕੀ ਆਨਸਰ ਹੋਣਾ ਚਾਹੀਦਾ ਹੈ? ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਨਸਰ ਕਰ ਸਕਦੇ ਹੋ। ਇਹਦਾ ਆਨਸਰ ਹੋਣਾ ਚਾਹੀਦਾ ਹੈ ਆਪਸ਼ਨ ਨੰਬਰ 2, ਭਾਸ਼ਾ ਇੱਕ ਵਿਆਪਕ ਪ੍ਰਮਾਣਿਕ ਭਿੰਨਤਾ ਨਹੀਂ ਪ੍ਰਗਟਾਉਂਦਾ। ਇੱਕ ਰੈਸਟੋਰੈਂਟ ਵਿੱਚ ਇਸ ਐਲਾਨ ਨੂੰ ਪੜ੍ਹੋ। ਕਿਹੜੀ ਸਤਰ ਜਾਂ ਸਤਰਾਂ ਵਿੱਚ ਗਲਤੀ ਹੈ? ਇਸ ਸਤਰਾਂ ਦੇ ਵਿੱਚ ਤੁਸੀਂ ਗਲਤੀ ਢੂੰਡਣੀ ਹੈ, ਦੱਸਣਾ ਹੈ ਕਿ ਵੀ ਇਹਨਾਂ ਕਿਹੜੀ ਸਤਰ ਦੇ ਵਿੱਚ ਗਲਤੀ ਹੈ। ਪਹਿਲਾ ਆਪਸ਼ਨ, ਗਰਮ ਤੇ ਮਸਾਲੇਦਾਰ ਸਨੈਕਸ ਦਾ ਆਨੰਦ ਲਓ ਅਤੇ ਤਾਜ਼ਾ ਪੱਕੇ ਹੋਏ ਚਾਕਲੇਟ ਬਿਸਕੁਟ ਉਹਨਾਂ ਚੰਗੇ ਸਵਾਦ ਹਨ। ਦੱਸਣਾ ਹੈ ਕਿ ਸਤਰ 1 ਜਾਂ 2 'ਚ ਗਲਤੀ ਹੈ, ਸਤਰ 1 'ਚ ਗਲਤੀ ਹੈ, ਸਤਰ 1 ਔਰ 3 'ਚ ਗਲਤੀ ਹੈ ਜਾਂ ਸਿਰਫ ਸਤਰ 3 'ਚ ਗਲਤੀ ਹੈ। ਤੁਹਾਡੇ ਮੁਤਾਬਿਕ ਕਿਹੜੀ ਸਤਰ ਦੇ ਵਿੱਚ ਗਲਤੀ ਹੈ? ਇਹਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ 4, ਸਿਰਫ ਸਤਰ 3 ਦੇ ਵਿੱਚ ਹੀ ਗਲਤੀ ਹੈ। ਅੱਗੇ ਆਪਾਂ ਕੁਐਸਚਨ ਪੜ੍ਹਦੇ ਹਾਂ। ਤੀਜੀ ਜਮਾਤ ਦੇ ਅਧਿਆਪਕ ਨੇ ਪਾਠ ਪੁਸਤਕ ਵਿੱਚ ਆਪਣੇ ਸਿੱਖਿਆਰਥੀਆਂ ਲਈ ਕਹਾਣੀ ਪੜ੍ਹੀ। ਉਹ ਅਗਲੇ ਚਰਨ ਵਿੱਚ ਸਿੱਖਿਆਰਥੀਆਂ ਨੂੰ ਕੀ ਪੁੱਛੇਗੀ? ਕਹਾਣੀ ਵਿਚਲੀ ਸਿੱਖਿਆ ਬਾਰੇ, ਕਠਿਨ ਸ਼ਬਦਾਂ ਤੇ ਕਠਿਨ ਲਗਾਓ ਬਾਰੇ, ਕਠਿਨ ਸ਼ਬਦਾਂ ਤੇ ਨਿਸ਼ਾਨ ਲਗਾਓ, ਕਹਾਣੀ ਦਾ ਤੱਤ ਸਾਰ ਕੀ ਸੀ, ਕਹਾਣੀ ਵਿੱਚ ਉਹਨਾਂ ਨੇ ਕੀ ਪਸੰਦ ਕੀਤਾ ਤੇ ਉਸ ਦਾ ਕੀ ਆਨੰਦ ਮਾਣਿਆ। ਤਾਂ ਤੁਹਾਡੇ ਮੁਤਾਬਿਕ ਇਸ ਕੁਐਸਚਨ ਦਾ ਕੀ ਆਨਸਰ ਹੋਣਾ ਚਾਹੀਦਾ ਹੈ? ਇਹਦਾ ਕੁਐਸਚਨ ਦਾ ਆਨਸਰ ਹੈ ਵੀ ਜਦੋਂ ਕੋਈ ਟੀਚਰ ਆਪਾਂ ਨੂੰ ਕਹਾਣੀ ਪੜ੍ਹਾਉਂਦਾ ਹੈ ਤਾਂ ਉਸ ਤੋਂ ਬਾਅਦ ਕੀ ਪ੍ਰਸ਼ਨ ਪੁੱਛਦਾ ਹੈ ਕਿ ਵੀ ਕਹਾਣੀ ਸੁਣ ਕੇ ਆਪਾਂ ਨੂੰ ਕੀ ਹੈ ਪਸੰਦ ਆਉਂਦੀ ਹੈ, ਕਹਾਣੀ ਸੁਣ ਕੇ ਆਪਾਂ ਨੂੰ ਆਨੰਦ ਮਿਲਦਾ ਹੈ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ? ਆਪਸ਼ਨ ਨੰਬਰ 4, ਕਹਾਣੀ ਵਿੱਚ ਉਸ ਨੇ ਕੀ ਪਸੰਦ ਕੀਤਾ ਅਤੇ ਉਸ ਨੂੰ ਕੀ ਆਨੰਦ ਮਾਣਿਆ। ਇਹ ਸਾਡੇ
ਟੀਚਰ ਵਿਦਿਆਰਥੀਆਂ ਤੋਂ ਪੁੱਛਦੇ ਹਨ। ਚਲੋ ਅੱਗੇ ਪੜ੍ਹਦੇ ਹਾਂ। ਕੁਐਸਚਨ ਨੰਬਰ 23, ਭਾਸ਼ਾ ਵਿੱਚ ਬੋਲਚਾਲ ਦਾ ਸਿਧਾਂਤ ਦਾ ਭਾਵ ਹੈ। ਬੱਚਾ ਉੱਚੀ ਪਾਠ ਕਰੇ, ਅਧਿਆਪਕ ਬੋਲ ਬੋਲ ਕੇ ਪੜ੍ਹਾਵੇ। ਅਤੇ ਅੱਗੇ ਦੇ ਆਪਸ਼ਨ ਆਪਾਂ ਇਸ ਸਲਾਈਡ 'ਚ ਦੇਖਦੇ ਹਾਂ। ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ, ਅਤੇ ਨਾਲੇ ਆਪਸ਼ਨ ਨੰਬਰ 4, ਸਾਰੀ ਸ਼੍ਰੇਣੀ ਆਪਸ ਵਿੱਚ ਬੋਲਚਾਲ ਕਰੇ। ਤਾਂ ਇਸ ਕੁਐਸਚਨ ਦਾ ਕੀ ਆਨਸਰ ਹੋਣਾ ਚਾਹੀਦਾ ਹੈ ਕਿ ਭਾਸ਼ਾ ਵਿੱਚ ਬੋਲਚਾਲ ਦਾ ਸਿਧਾਂਤ ਦਾ ਭਾਵ ਕੀ ਹੈ। ਤਾਂ ਕੀ ਭਾਵ ਹੋਣਾ ਚਾਹੀਦਾ ਬੋਲਚਾਲ ਦੇ ਸਿਧਾਂਤ ਦਾ? ਤਾਂ ਇਹਦਾ ਆਨਸਰ ਹੈ ਆਪਸ਼ਨ ਨੰਬਰ 3, ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਅੱਗੇ ਪੜ੍ਹਦੇ ਹਾਂ ਕੁਐਸਚਨ, ਭਾਸ਼ਾਈ ਕੌਸ਼ਲਾਂ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਚਾਹੀਦਾ ਹੈ ਕਿ ਭਾਸ਼ਾ ਸਿੱਖਿਆ। ਆਪਸ਼ਨ ਨੰਬਰ 1, ਅਧਿਆਪਕ ਕੇਂਦਰਿਤ ਹੋਵੇ, ਪਾਠ ਪੁਸਤਕ ਕੇਂਦਰਿਤ ਹੋਵੇ, ਸਿੱਖਿਆ ਜਾਂ ਬਾਲ ਕੇਂਦਰਿਤ ਹੋਵੇ। ਤੁਹਾਡੇ ਮੁਤਾਬਿਕ ਇਸ ਕੁਐਸਚਨ ਦਾ ਕੀ ਆਨਸਰ ਹੋਣਾ ਚਾਹੀਦਾ ਹੈ ਕਿ ਭਾਸ਼ਾਈ ਕੌਸ਼ਲਾਂ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਚਾਹੀਦਾ ਹੈ ਕਿ ਭਾਸ਼ਾ ਸਿੱਖਿਆ ਬਾਲ ਕੇਂਦਰਿਤ ਹੋਣੀ ਚਾਹੀਦੀ ਹੈ। ਇਹਦਾ ਆਨਸਰ ਕੀ ਆਏਗਾ? 4th ਨੰਬਰ ਆਪਸ਼ਨ। ਅੱਗੇ ਪੜ੍ਹਦੇ ਹਾਂ। ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਹੈ। ਰਾਸ਼ਟਰ ਤਰੱਕੀ ਕਰਨਾ, ਰਾਸ਼ਟਰ ਦੀ ਤਰੱਕੀ ਕਰਨਾ, ਲੋਕਾਂ ਨੂੰ ਸਿੱਖਿਅਕ ਬਣਾਉਣਾ, ਰਾਸ਼ਟਰੀ ਏਕਤਾ ਉਤਪੰਨ ਕਰਨਾ, ਸਾਰੇ ਧਰਮਾਂ ਵਿੱਚ ਏਕਤਾ ਲਿਆਉਣੀ। ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਰਾਸ਼ਟਰ ਦੀ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕੰਮ ਕੀ ਹੁੰਦਾ ਹੈ ਜਾਂ ਕਾਰਜ ਕੀ ਹੁੰਦਾ ਹੈ? ਰਾਸ਼ਟਰੀ ਏਕਤਾ ਉਤਪੰਨ ਕਰਨਾ। ਆਪਸ਼ਨ ਨੰਬਰ 3 ਇਹਦਾ ਆਨਸਰ ਹੈ। ਅੱਗੇ ਪੜ੍ਹਦੇ ਹਾਂ ਆਪਾਂ। ਭਾਸ਼ਾ ਦਾ ਅਸਲ ਰੂਪ ਨਿਹਿਤ ਹੈ ਉਸ ਦੀਆਂ ਧੁਨੀਆਂ ਵਿੱਚ, ਲਿਪੀ ਵਿੱਚ, ਮੁਹਾਵਰਿਆਂ ਵਿੱਚ ਜਾਂ ਔਖੌਤਾਂ ਵਿੱਚ। ਕਾਹਦੇ ਵਿੱਚ ਹੈ ਭਾਸ਼ਾ ਦਾ ਰੂਪ ਨਿਹਿਤ? ਕਿਹਦੇ ਵਿੱਚ ਹੈ? ਧੁਨੀਆਂ ਵਿੱਚ। ਜਦੋਂ ਭਾਸ਼ਾ ਨੂੰ ਆਪਾਂ ਬੋਲਦੇ ਹਾਂ ਤਾਂ ਉਹਦੀ ਆਵਾਜ਼ ਬਹੁਤ ਹੀ ਵਧੀਆ ਨਿਕਲਦੀ ਹੈ। ਤਾਂ ਮਤਲਬ ਕਿ ਉਹਦੇ ਸਵਰ ਅੱਛੇ ਨਿਕਲਣੇ ਚਾਹੀਦੇ ਆ। ਜੇ ਪੰਜਾਬੀ ਨੂੰ ਆਪਾਂ ਗੜਬੜੀ ਕਰਕੇ ਬੋਲਾਂਗੇ ਤਾਂ ਪੰਜਾਬੀ ਭਾਸ਼ਾ ਦੀ ਵੀ ਆਪਣੀ ਜੋ ਕਿ ਪੰਜਾਬੀ ਬੋਲੀ ਹੈ ਉਸ ਨੂੰ ਮਾਣ ਦੇਣਾ ਚਾਹੀਦਾ ਹੈ। ਅੱਗੇ ਪੜ੍ਹਦੇ ਹਾਂ। ਜੋ ਸਮਾਨਯੋਜਕ ਸੁਤੰਤਰ ਸ਼ਬਦਾਂ ਜਾਂ ਵਾਕਾਂ ਨੂੰ ਅਜਿਹੇ ਢੰਗ ਨਾਲ ਜੋੜ ਦੇਣਾ ਕਿ ਦੋਹਾਂ ਵਿੱਚੋਂ ਇੱਕ ਦਾ ਭਾਵ ਉਜਾਗਰ ਹੋਵੇ। ਵਿਕਲਪੀ ਸਮਾਨਯੋਜਕ, ਨਿਖੇਧੀ ਸਮਾਨਯੋਜਕ, ਸਮੁੱਚੀ ਸਮਾਨਯੋਜਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਤੁਹਾਡੇ ਮੁਤਾਬਿਕ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਹੈ ਪਹਿਲਾ ਆਪਸ਼ਨ, ਵਿਕਲਪੀ ਸਮਾਨਯੋਜਕ। ਆਪਸ਼ਨ ਨੰਬਰ 1 ਇਹਦਾ ਆਨਸਰ ਹੋਣਾ ਚਾਹੀਦਾ ਹੈ। ਅੱਗੇ ਚੱਲਦੇ ਹਾਂ ਆਪਾਂ। ਅੱਗੇ ਪੜ੍ਹਦੇ ਆਪਾਂ ਕੁਐਸਚਨ, ਜੋ ਵਿਸ਼ੇਸ਼ਣ ਆਪਣੇ ਸ਼ਬਦਾਂ ਦੀ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸੰਖਿਆ, ਦਰਜਾ ਆਦਿ ਨੂੰ ਪ੍ਰਗਟ ਕਰੇ ਉਹ ਕੀ ਹੁੰਦਾ? ਗੁਣਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ ਜਾਂ ਪੜ੍ਹਨਾਵੇਂ ਵਿਸ਼ੇਸ਼ਣ। ਇਹਨਾਂ ਚਾਰਾਂ ਵਿੱਚੋਂ ਕਿਹੜਾ ਆਨਸਰ ਹੋਣਾ ਚਾਹੀਦਾ ਹੈ? ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਸੰਖਿਆ ਅਤੇ ਦਰਜੇ ਆਦਿ ਨੂੰ ਪ੍ਰਗਟਾਵੇ ਕਵੇ ਉਹਨੂੰ ਕੀ ਕਹਿੰਦੇ ਹੈ? ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ। ਸੰਖਿਆਵਾਚਕ ਆਪਸ਼ਨ ਨੰਬਰ 3 ਇਹਦਾ ਆਨਸਰ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ, ਜੇਕਰ ਸਿੱਖਿਆ ਤੋਂ ਭਾਵ ਜੀਵਨ ਲਈ ਤਿਆਰੀ ਹੈ ਤਾਂ ਇਸ ਲਈ ਸਭ ਤੋਂ ਪ੍ਰਮੁੱਖ ਸਾਧਨ ਹਨ ਖੇਡਾਂ, ਭਾਸ਼ਾ, ਪੁਸਤਕਾਂ ਜਾਂ ਪੁਸਤਕ ਕਲਾ। ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 2 ਭਾਸ਼ਾ। ਅੱਗੇ ਪੜ੍ਹਦੇ ਹਾਂ ਕੁਐਸਚਨ, ਭਾਸ਼ਾ ਦੇ ਮੌਖਿਕ ਗਿਆਨ ਤੋਂ ਬਿਨਾਂ ਵਿਅਕਤੀ ਨੂੰ ਕੀ ਕਿਹਾ ਜਾਵੇਗਾ? ਬੁੱਧੀਮਾਨ, ਚਲਾਕ, ਗੂੰਗਾ ਜਾਂ ਜੰਗਲੀ ਜਾਂ ਮਹਾਮਾਨਵ। ਕੀ ਕਿਹਾ ਜਾਏਗਾ? ਭਾਸ਼ਾ ਦੇ ਮੌਖਿਕ ਮਤਲਬ ਕਿ ਉਹਦੇ ਬੋਲਣ ਦੇ ਗਿਆਨ ਤੋਂ ਬਿਨਾਂ ਕੀ ਕਿਹਾ ਜਾਏਗਾ? ਉਹਨੂੰ ਗੂੰਗਾ ਜਾਂ ਜੰਗਲੀ ਆਖਿਆ ਜਾਵੇਗਾ। ਆਪਸ਼ਨ ਨੰਬਰ 3 ਇਹਦਾ ਆਨਸਰ ਹੈ। ਤੁਹਾਨੂੰ ਕੁਐਸਚਨ ਦੱਸਿਓ ਕਿਹੋ ਲੱਗੇ। ਇਸ ਤਰ੍ਹਾਂ ਹੀ ਮੈਨੂੰ ਹੋਰ ਵੀ ਦੱਸਣਾ। ਜੇ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਆਪਾਂ ਉਸੇ ਟੌਪਿਕ ਦੇ ਉੱਪਰ
ਹੋਰ ਵੀ ਜ਼ਿਆਦਾ ਕੁਐਸਚਨ ਬਣਾएंगे।